ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਾਰਨ ਕੌਰ ਮਾਨ। ਖਬਰਾਂ ਦੀ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ 'ਚ ਪਹੁੰਚੇ 23 ਲੱਖ ਵਿਦੇਸ਼ੀਆਂ 'ਚ ਭਾਰਤੀ ਸਭ ਤੋਂ ਵੱਧ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਨਾਲ ਕੀਤੀ ਫੋਨ ਤੇ ਗੱਲਬਾਤ। PM ਬਣਨ ਤੇ ਦਿੱਤੀ ਵਧਾਈ। ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 27 ਪੈਸੇ ਚੜ੍ਹਿਆ। ਅਮਰੀਕਾ 'ਚ 19 ਸਾਲਾ ਨੌਜਵਾਨ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ। FB ਤੇ ਪਾਈ ਵੀਡੀਓ, ਮੁਲਜ਼ਮ ਗ੍ਰਿਫਤਾਰ। ਰੂਸ ਨੇ 25 ਹੋਰ ਅਮਰੀਕੀਆਂ ਦੇ ਦਾਖਲੇ ਤੇ ਲਗਾਈ ਪਾਬੰਦੀ। US ਰਿਪੋਰਟ ਵਿੱਚ ਦਾਅਵਾ, ਉੱਤਰੀ ਕੋਰੀਆ ਤੋਂ ਰਾਕੇਟ ਅਤੇ ਤੋਪ ਦੇ ਗੋਲੇ ਖਰੀਦਣ ਦੀ ਤਿਆਰੀ ਵਿੱਚ ਰੂਸ। ਟਰੰਪ ਦੇ ਘਰ ਤੇ FBI ਰੇਡ ਮਾਮਲੇ ਵਿੱਚ ਵੱਡਾ ਖੁਲਾਸਾ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਹੋਣਗੇ ਬੰਦ। ਭਾਰਤ ਨੂੰ ਪਾਬੰਦੀਆਂ ਤੋਂ ਛੋਟ ਦੇਣ ਬਾਰੇ ਅਮਰੀਕੀ ਸਦਨ ਵਿੱਚ ਬਿੱਲ ਪੇਸ਼। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਸਾਲ 2022 ਦੌਰਾਨ 4,31,000 ਵਿਦੇਸ਼ੀਆਂ ਨੂੰ ਦੇਸ਼ ਵਿੱਚ ਪੱਕੇ ਤੌਰ ਤੇ ਵਸਣ ਦਾ ਮੌਕਾ ਦੇਣ ਦਾ ਟੀਚਾ ਪੂਰਾ ਕਰ ਲਿਆ ਜਾਏਗਾ। ਪਤਾ ਲੱਗਾ ਹੈ ਕਿ ਬੀਤੇ 1 ਜਨਵਰੀ ਤੋਂ 31 ਅਗਸਤ ਤੱਕ 3 ਲੱਖ ਤੋਂ ਵੱਧ ਵਿਦੇਸ਼ੀ ਕੈਨੇਡਾ ਪੁੱਜ ਚੁੱਕੇ ਨੇ। ਇਹ ਵੀ ਕਿ ਭਾਰਤ ਦੇ ਲੋਕਾਂ 'ਚ ਕੈਨੇਡਾ ਜਾ ਕੇ ਰਹਿਣ ਦੀ ਖਿੱਚ ਬਰਕਰਾਰ ਹੈ ਅਤੇ ਮੌਜੂਦਾ ਦੌਰ ਵਿੱਚ ਵਿਦੇਸ਼ਾਂ ਤੋਂ ਸਭ ਤੋਂ ਵੱਧ ਭਾਰਤੀ ਨਾਗਰਿਕ ਕੈਨੇਡਾ ਰਹਿਣ ਵਾਸਤੇ ਪਹੁੰਚ ਰਹੇ ਨੇ। ਇਸ ਸਾਲ 30 ਜੂਨ ਤੱਕ 68,280 ਭਾਰਤੀ ਕੈਨੇਡਾ 'ਚ ਪੱਕੇ ਹੋਏ ਨੇ। ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਲੇ ਵਿਦੇਸ਼ੀਆਂ 'ਚ ਲਗਭਗ 1/3 ਗਿਣਤੀ ਭਾਰਤੀ ਨਾਗਰਿਕਾਂ ਦੀ ਹੈ। ਕੈਨੇਡਾ 'ਚ 2017 ਤੋਂ ਭਾਰਤੀ ਨਾਗਰਿਕਾਂ ਦੇ ਵਸੇਵੇ 'ਚ ਤੇਜ਼ੀ ਬਣੀ ਹੋਈ ਹੈ। ਪੰਜਾਬ ਤੋਂ ਬਾਅਦ ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰ ਤੇ ਯੂਪੀ ਆਦਿ ਰਾਜਾਂ ਤੋਂ ਲੋਕ ਕੈਨੇਡਾ 'ਚ ਰਹਿਣ ਲਈ ਵੱਧ ਦਿਲਚਸਪੀ ਲੈ ਰਹੇ ਨੇ। ਇੱਕ ਅੰਦਾਜ਼ੇ ਦੇ ਅਨੁਸਾਰ ਰੋਜ਼ਾਨਾ 1000 ਤੋਂ ਵੱਧ ਵਿਦੇਸ਼ੀਆਂ ਨੂੰ ਕੈਨੇਡਾ 'ਚ ਪੱਕੇ ਕੀਤਾ ਜਾਂਦਾ ਹੈ, ਜੋ ਉਹ ਆਪਣੇ ਦੇਸ਼ਾਂ ਤੋਂ ਪੱਕਾ ਵੀਜ਼ਾ ਲੈ ਕੇ ਕੈਨੇਡਾ ਵੀ ਪੁੱਜਦੇ ਨੇ। ਬੀਤੇ ਸਾਰੇ ਸਾਲ ਦੌਰਾਨ 4,53,030 ਵਿਦੇਸ਼ੀ ਨਾਗਰਿਕ ਕੈਨੇਡਾ 'ਚ ਪੱਕੇ ਤੌਰ ਤੇ ਰਹਿਣ ਲਈ ਪੁੱਜੇ ਸਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਉਹਨਾਂ ਲੋਕਾਂ ਦੀ ਰਹੀ ਜੋ ਕਿਸੇ ਆਰਜ਼ੀ ਵੀਜ਼ਾ ਨਾਲ ਕੈਨੇਡਾ ਗਏ ਤੇ ਕੈਨੇਡੀਅਨ ਤਜਰਬਾ ਕਲਾਸ ਤਹਿਤ ਪੱਕੇ ਹੋ ਸਕੇ। ਭਾਰਤ ਦੇ ਮੁਕਾਬਲੇ ਹੋਰ ਸਾਰੇ ਦੇਸ਼ਾਂ ਤੋਂ ਕੈਨੇਡਾ 'ਚ ਰਹਿਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਸੀਮਤ ਰਹੀ ਹੈ। ਚੀਨ ਤੋਂ ਇਸ ਸਾਲ ਦੌਰਾਨ 25,000 ਤੋਂ ਵੀ ਘੱਟ ਲੋਕ ਕੈਨੇਡਾ 'ਚ ਪੱਕੇ ਹੋਏ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਲਿਜ਼ ਟਰਸ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਵਾਈਟ ਹਾਊਸ ਵੱਲੋਂ ਦੱਸਿਆ ਗਿਆ ਹੈ ਕਿ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਸੰਬੰਧਾਂ ਦੀ ਪੁਸ਼ਟੀ ਕੀਤੀ ਹੈ ਅਤੇ ਇਹਨਾਂ ਸੰਬੰਧਾਂ ਨੂੰ ਹੋਰ ਪੱਕਾ ਕਰਨ ਦੀ ਇੱਛਾ ਜਤਾਈ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿੱਚ ਵਿਸ਼ੇਸ਼ ਸੰਬੰਧਾਂ ਦੀ ਪੁਸ਼ਟੀ ਕੀਤੀ ਅਤੇ ਉਹਨਾਂ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਇੱਛਾ ਪ੍ਰਗਟਾਈ। ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਬਾਈਡਨ ਅਤੇ ਟਰਸ ਨੇ ਫੋਨ ਤੇ ਵਿਸ਼ਵ ਚੁਣੌਤੀਆਂ ਤੇ ਨਿਰੰਤਰ ਨਜ਼ਦੀਕੀ ਸਹਿਯੋਗ ਦੀ ਮਹੱਤਤਾ ਨੂੰ ਸ਼ਾਮਲ ਕੀਤਾ, ਜਿਸ ਵਿੱਚ ਯੂਕਰੇਨ ਦਾ ਸਮਰਥਨ ਕਰਨਾ, ਚੀਨ ਦੁਆਰਾ ਦਰਪੇਸ਼ ਚੁਣੌਤੀਆਂ ਦਾ ਹੱਲ ਲੱਭਣਾ, ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਅਤੇ ਟਿਕਾਊ, ਸੁਰੱਖਿਅਤ ਅਤੇ ਕਿਫਾਇਤੀ ਊਰਜਾ ਸਰੋਤਾਂ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਵਾਈਟ ਹਾਊਸ ਨੇ ਕਿਹਾ ਕਿ ਉਹਨਾਂ ਨੇ ਬੈਲਫਾਸਟ ਗੁੱਡ ਫਰਾਈਡੇ ਸਮਝੌਤੇ ਦੇ ਲਾਭਾਂ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਤੇ ਉੱਤਰੀ ਆਇਰਲੈਂਡ ਪ੍ਰੋਟੋਕਾਲ ਤੇ ਯੂਰੋਪੀਅਨ ਯੂਨੀਅਨ ਨਾਲ ਗੱਲਬਾਤ ਵਾਲੀ ਸਹਿਮਤੀ ਤੱਕ ਪਹੁੰਚਣ ਤੇ ਮਹੱਤਵ ਬਾਰੇ ਚਰਚਾ ਕੀਤੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਅਤੇ ਹੋਰ ਏਸ਼ੀਆਈ ਮੁਦਰਾਵਾਂ ਵਿੱਚ ਤੇਜ਼ੀ ਨਾਲ ਡਾਲਰ ਦੇ ਮੁਕਾਬਲੇ ਰੁਪਈਆ ਵੀਰਵਾਰ ਨੂੰ 27 ਪੈਸੇ ਚੜ੍ਹ ਕੇ 79.68 ਦੇ ਪੱਧਰ ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਈਆ ਡਾਲਰ ਦੇ ਮੁਕਾਬਲੇ 79.72 ਤੇ ਖੁੱਲਿਆ ਅਤੇ ਫਿਰ ਸ਼ੁਰੂਆਤੀ ਸੌਦਿਆਂ ਵਿੱਚ ਵਾਧਾ ਦਰਜ ਕਰਦੇ ਹੋਏ 79.78 ਤੇ ਆ ਗਿਆ। ਇਸ ਤਰ੍ਹਾਂ ਸਥਾਨਕ ਯੂਨਿਟ ਨੇ ਪਿਛਲੀ ਬੰਦ ਕੀਮਤ ਦੇ ਮੁਕਾਬਲੇ 27 ਪੈਸੇ ਦਾ ਵਾਧਾ ਦਰਜ ਕੀਤਾ ਹੈ। ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ 13 ਪੈਸੇ ਕਮਜ਼ੋਰ ਹੋ ਕੇ 79.95 ਦੇ ਪੱਧਰ ਤੇ ਬੰਦ ਹੋ ਗਿਆ ਸੀ। ਇਸ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.05% ਡਿੱਗ ਕੇ 109.78 ਤੇ ਆ ਗਿਆ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮੈਮਫਿਸ ਦਾ ਹੈ। ਮੈਮਫਿਸ ਵਿੱਚ ਇੱਕ ਪਾਗਲ ਵਿਅਕਤੀ ਨੇ ਕਈ ਥਾਵਾਂ ਤੇ ਗੋਲੀਬਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੌਜਵਾਨ ਨੇ ਗੋਲੀਬਾਰੀ ਦੀ ਘਟਨਾ ਦੀ ਵੀਡੀਓ ਵੀ ਫੇਸਬੁੱਕ ਤੇ ਪੋਸਟ ਕੀਤੀ ਹੈ। ਪੁਲਿਸ ਨੇ 19 ਸਾਲਾ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
गोलीबारी कारण इलाके के लोगों च दहशत ने और पुलिस ने ट्वीट करके इसकी जानकारी दी है। पुलिस ने दस्सिया कि हमले च कोई भी मारिया या जख्मी नहीं होया। हालांकि ABC 24 टैलीविजन ने एक व्यक्ति की मौत की जानकारी दी है। मैम्फिस पुलिस ने लोगों को घर में रहने की सलाह दी है। दरअसल नौजवान कई दिनों तो फेसबुक पर गोलीबारी दी वीडियोज़ पोस्ट कर रहा सी। पुलिस ने कहा कि वीडियो च नौजवान एक दुकान च गोलीबारी करता दिखाई दे रहा। हालांकि एजेंसी ने वीडियो की पुष्टि नहीं की है। पुलिस ने हमलावर की तस्वीर भी जारी की सी। पुलिस ने लोगों को दोषी नूं देखते ही तुरंत सूचना देने लई कहा सी। ये पता नहीं लग सकिया है कि मुलजमान ने हमला क्यों किया। पुलिस वालों मुलजिम तो पुछगिछ की जा रही है। रूस ने अमरीका दीआं पाबंदियां दे जवाब विच 25 होर अमरीकी नागरिकां दे देश विच दाखले ते अणमिथे समय लई पाबंदी लगा दी है। रूस के विदेश मंत्रालय ने सोमवार नूं जारी एक बयान विच कहा कि रूस अमरीका के अधिकारियों की दुश्मनी वालियां कार्रवाइयां का सख्ती नाल जवाब देगा जो रूस विरुद्ध भावना बनाए हुए ने, दो पक्षी संबंधों को नष्ट कर रहे हैं और दोनों देशों विचाले टकराव वधाउंदे ने। उन्होंने कहा कि नवी पाबंदीशुदा सूची विच अमेरिकी कांग्रेस के मैंबर, उच्च अहुदे वाले अधिकारी, कारोबारी माहिरां अते सभ्याचारक हस्तियां अते वणज सकत्तर जीना रामोंडो भी शामिल ने। रूस का रक्षा मंत्रालय यूक्रेन च चल रहे युद्ध लई उत्तरी कोरिया तो ਲੱਖਾਂ रॉकेट और तोपां दे गोले खरीदण की तैयारी कर रहा। एक अमरीकी खुफिया रिपोर्ट विच ये गल सामने आई है। अमेरिका के एक अधिकारी ने नाम ना उजागर करने की शर्त ते सोमवार नूं दस्सिया कि रूस का अलग थलग पे देश उत्तर कोरिया का रुख करना दर्शाउंदा है कि निर्यात ते वख-वख रोक अते प्रतिबंधां दे कारण रूसी फौज विच यूक्रेन की सप्लाई की कमी का सामना कर रही है। अमेरिका के खुफिया अधिकारियों का मानना है कि रूस भविख विच उत्तर कोरिया तो होर मिलिटरी उपकरण भी खरीद सकता है। समाचार पत्र न्यूयॉर्क टाइम्स ने सब तो पहला इस खुफिया रिपोर्ट के आधार पर एक खबर प्रकाशित की सी। अमरीकी अधिकारी ने इस संबंध में कोई जानकारी नहीं दी है कि रूस उत्तर कोरिया तो किन्ने हथियार खरीदना चाहता है। यह खबर अजिहे समय सामने आई है जो अमेरिका के राष्ट्रपति जो बाइडन के प्रशासन ने रूसी फौज के यूक्रेन में इस्तेमाल करने लई ईरान तो ड्रोन हासिल करने की अगस्त विच पुष्टि की सी। उत्तर कोरिया ने रूस के नाल संबंधां नूं मजबूत करने की मांग की है ते यूक्रेन संकट लई अमेरिका नूं दोषी ठहराया। उसने यूक्रेन विच रूस की मिलिटरी कार्रवाई का बचाव करते हुए कहा कि पश्चिमी दा मास्टर नीति के खिलाफ रूस की कार्रवाई आत्म रक्षा लई की गई है। उत्तर कोरिया ने देश के पूरब विच रूसी कब्जे वाले खेतरां दे मुड़ निर्माण विच मदद लई मजदूर भेजण नूं लैके दिलचस्पी दिखाई है। अमेरिका के साबका राष्ट्रपति डोनाल्ड ट्रंप के घर ते हुई FBI की छापेमारी विच वड्डा खुलासा होया। बीती 9 अगस्त नूं मारी गई इस रेड विच ट्रंप के घरों दूजे देशों की मिलिटरी और न्यूक्लीयर कैपेबिलिटी नाल जुड़े दस्तावेज बरामद होए ने। मीडिया रिपोर्ट्स मुताबक फैडरल ब्यूरो ऑफ इन्वेस्टिगेशन के एजेंटां नूं डोनाल्ड ट्रंप के घर विचों अमेरिका के टॉप सीक्रेट ऑपरेशनस नाल जुड़े दस्तावेज भी मिले ने। इन्हां दस्तावेज़ां बारे सीनियर नैशनल सिक्योरिटी अफसर्स नूं भी जानकारी नहीं सी। सिख धर्म के स्थान श्री हेमकुंड साहिब के किवाड़ 10 अक्तूबर को बंद हो जाएंगे। ये जानकारी श्री हेमकुंड साहिब के वाइस प्रेजिडेंट नरिंदरजीत बिंद्रा ने बुधवार को दी। उन्होंने कहा कि इस साल 10 अक्तूबर को दोपहर 1 बजे श्री हेमकुंड साहिब के किवाड़ बंद हो जाएंगे। दस दें कि इस साल श्री हेमकुंड साहिब के किवाड़ 22 मई को खुले सन। 2,15,000 श्रद्धालुओं ने हुण तक इस पवित्र अस्थान से मत्था टेकिया है। भारतीय अमरीकी संसद मैंबर रॉक खन्ना ने अमरीकी प्रतिनिधि सभा विच एक बिल पेश करके भारत उत्ते CAATS के एक्ट तहत पाबंदियां ना लगाउण दी मंग की है। उन्होंने दलील की है कि भारत को छूट देना दोवां मुल्कों के हित में होएगा ते चीन ते रूस के करीबी रिश्तों के मद्देनज़र हमलावरां नूं दूर रखने लई ये जरूरी भी है। दस्सणयोग है कि इस एक्ट तहत अमेरिका उन्हां देशों उत्ते पाबंदियां लगाउंदा है जो रूस तो वड्डे हथियार अते रक्षा उपकरण लैंदे ने। रूस वालों 2014 विच कीते क्रीमिया के रलेवे मगरों अमेरिका ने उस खिलाफ एक कानून लिआंदा सी। रॉक खन्ना के मते का कांग्रेस मैंबर ब्रैड शर्मन ते डेविड स्वीटकर्ट ने समर्थन किया है। इसनूं अगली कार्रवाई लई हुण सदन की विदेश मामलों बारे कमेटी कोल भेज दिता गया है। खन्ना ने कहा कि वो ये बिल व्यक्तिगत तौर पर पेश किया है तो इसका मंतव समर्थन जताउणा है।
ਉਹਨਾਂ ਨੇ ਕਿਹਾ ਕਿ ਚੀਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੀ ਮਜ਼ਬੂਤੀ ਜ਼ਰੂਰੀ ਹੈ ਤੇ ਇਹ ਬਿੱਲ ਦੋਵੇਂ ਮੁਲਕਾਂ ਦੇ ਸੰਬੰਧਾਂ ਲਈ ਅਹਿਮ ਨੇ। ਜ਼ਿਕਰਯੋਗ ਹੈ ਕਿ ਭਾਰਤ ਨੇ ਰੂਸ ਤੋਂ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦੀ ਹੈ ਤੇ ਇਸ ਦੀ ਦਰਾਮਦ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਅਮਰੀਕੀ ਵਕੀਲ ਅਰੁਣ ਸੁਬਰਾਮਨਿਅਨ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਜੱਜ ਨਾਮਜ਼ਦ ਕੀਤਾ ਹੈ। ਇਸ ਸੰਬੰਧੀ ਮੰਗਲਵਾਰ ਨੂੰ ਵਾਈਟ ਹਾਊਸ ਦੀ ਤਰਫੋਂ ਸੰਸਦ ਨੂੰ ਪੱਤਰ ਭੇਜਿਆ ਗਿਆ ਹੈ ਜੋ ਸੰਸਦ ਸੁਬਰਾਮਨਿਅਨ ਦੇ ਨਾਮ ਨੂੰ ਮਨਜ਼ੂਰੀ ਦਿੰਦਾ ਹੈ ਤੇ ਉਹ ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਜੱਜ ਬਣਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਹੋਣਗੇ। ਅਮਰੀਕਾ ਨੇ F-16 ਲੜਾਕੂ ਜਹਾਜ਼ਾਂ ਦੇ ਬੇੜੇ ਦੇ ਰੱਖ ਰਖਾਅ ਲਈ ਪਾਕਿਸਤਾਨ ਨੂੰ $45 ਕਰੋੜ ਦੀ ਸਹਾਇਤਾ ਮਨਜ਼ੂਰ ਕਰ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਜਾਣਕਾਰੀ ਦਿੱਤੀ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਹ ਵਿੱਤੀ ਸਹਾਇਤਾ ਰੱਖਿਆ ਖੇਤਰ ਵਿੱਚ ਮੌਜੂਦਾ ਲੋੜਾਂ ਨੂੰ ਪੂਰਾ ਕਰਨ ਦੀ ਪਾਕਿਸਤਾਨ ਦੀ ਸਮਰੱਥਾ ਨੂੰ ਬਰਕਰਾਰ ਰੱਖੇਗੀ। ਤੁਹਾਨੂੰ ਦੱਸ ਦਈਏ ਕਿ ਟਰੰਪ ਵੱਲੋਂ 2018 ਵਿੱਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਰੱਖਿਆ ਅਤੇ ਸੁਰੱਖਿਆ ਸਹਾਇਤਾ ਰੋਕਣ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੂੰ ਦਿੱਤੀ ਗਈ ਇਹ ਪਹਿਲੀ ਵੱਡੀ ਸੁਰੱਖਿਆ ਸਹਾਇਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਵਿਰੋਧੀ ਇੱਕ ਮਹੱਤਵਪੂਰਨ ਭਾਈਵਾਲ ਹੈ ਅਤੇ ਇਸ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਦੇ ਹਿੱਸੇ ਵਜੋਂ ਅਮਰੀਕਾ ਆਪਣੇ ਸਵਦੇਸ਼ੀ ਉਪਕਰਣਾਂ ਦੇ ਰੱਖ ਰਖਾਅ ਅਤੇ ਨਿਯੰਤਰਣ ਦੇ ਲਈ ਪੈਕੇਜ ਪ੍ਰਦਾਨ ਕਰੇਗਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਦਾ F-16 ਪ੍ਰੋਗਰਾਮ ਵਿਆਪਕ ਸੰਯੁਕਤ ਰਾਜ ਪਾਕਿਸਤਾਨ ਦੁਵੱਲੇ ਸੰਬੰਧਾਂ ਦਾ ਅਹਿਮ ਹਿੱਸਾ ਹੈ। ਪ੍ਰਸਤਾਵਿਤ ਸਹਾਇਤਾ ਪਾਕਿਸਤਾਨ ਦੇ F-16 ਬੇੜੇ ਨੂੰ ਕਾਇਮ ਰੱਖਦੇ ਹੋਏ ਮੌਜੂਦਾ ਅਤੇ ਭਵਿੱਖ ਦੇ ਅੱਤਵਾਦ ਵਿਰੋਧੀ ਖਤਰਿਆਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਬਰਕਰਾਰ ਰੱਖੇਗੀ। ਕੈਲੀਫੋਰਨੀਆ ਦੇ 6 ਦਿਨਾਂ ਦੌਰੇ ਤੇ ਪੁੱਜੇ ਭਾਰਤ ਦੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਦੇ ਸੰਬੰਧ ਬਹੁਤ ਮਜ਼ਬੂਤ ਨੇ ਪਰ ਅਮਰੀਕੀ ਪ੍ਰਸ਼ਾਸਨ ਨੀਤੀਗਤ ਰਣਨੀਤੀ ਤਹਿਤ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਦੀ ਇੱਛਾ ਨਹੀਂ ਰੱਖਦਾ। ਉਹਨਾਂ ਨੇ ਕਿਹਾ ਕਿ ਜੇਕਰ ਵਾਸ਼ਿੰਗਟਨ ਆਪਣਾ ਮਨ ਬਦਲੇ ਤਾਂ ਨਵੀਂ ਦਿੱਲੀ ਸੰਬੰਧੀ ਗੱਲਬਾਤ ਕਰਨ ਲਈ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਅਮਰੀਕੀ ਕਾਰੋਬਾਰੀਆਂ ਨਾਲ ਸੈਨ ਫਰਾਂਸਿਸਕੋ ਵਿੱਚ ਹੋਈ ਗੱਲਬਾਤ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਕਿਹਾ ਕਿ ਹਾਲਾਂਕਿ ਅਮਰੀਕਾ ਕਿਸੇ ਵੀ ਦੇਸ਼ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਚਾਹੁੰਦਾ ਪਰ ਭਾਰਤ ਨੂੰ ਖੁਸ਼ੀ ਹੋਏਗੀ ਜੇਕਰ ਵਾਸ਼ਿੰਗਟਨ ਇਸ ਸੰਬੰਧੀ ਆਪਣੇ ਰੁਖ ਵਿੱਚ ਤਬਦੀਲੀ ਕਰਨ ਲਈ ਤਿਆਰ ਹੋ ਜਾਂਦਾ ਹੈ। ਗੋਇਲ ਨੇ ਐਲਾਨ ਕੀਤਾ ਹੈ ਕਿ ਭਾਰਤ ਮੁਕਤ ਵਪਾਰ ਸਮਝੌਤੇ ਬਾਰੇ ਅਮਰੀਕਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ। ਕੋਰੋਨਾ ਮਹਾਮਾਰੀ ਦੇ ਬੇਸ਼ੱਕ ਕੇਸ ਘਟ ਗਏ ਨੇ ਪਰ ਇਹ ਮਹਾਮਾਰੀ ਅਜੇ ਖਤਮ ਨਹੀਂ ਹੋਈ। ਹੁਣ ਇਸ ਦਾ ਇੱਕ ਹੋਰ ਨਵਾਂ ਰੂਪ ਸਾਹਮਣੇ ਆਇਆ। ਓਮਿਕਰੌਨ BA.5 ਨਾਮ ਦੇ ਇਸ ਵੇਰੀਐਂਟ ਬਾਰੇ ਅਮਰੀਕਾ ਦੇ ਸਿਹਤ ਵਿਗਿਆਨੀ ਖੋਜ ਕਰ ਰਹੇ ਨੇ। ਹਾਲ ਹੀ ਵਿੱਚ ਉਹਨਾਂ ਨੇ ਆਪਣੀ ਖੋਜ ਵਿੱਚ ਦੱਸਿਆ ਹੈ ਕਿ ਵੇਰੀਐਂਟ ਹਰ ਮਹੀਨੇ ਹੀ ਮਨੁੱਖ ਨੂੰ ਆਪਣੀ ਲਪੇਟ ਵਿੱਚ ਲਏਗਾ। ਭਾਵੇਂ ਕਿ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਪਰ ਮਹੀਨੇ ਵਿੱਚ ਇੱਕ ਵਾਰ ਤੁਹਾਨੂੰ ਕੋਰੋਨਾ ਰਿਪੋਰਟ ਪੋਜ਼ਿਟਿਵ ਆਵੇਗੀ ਹੀ। ਵਿਗਿਆਨੀਆਂ ਵੱਲੋਂ ਇਹ ਚੇਤਾਵਨੀ ਅਮਰੀਕੀ ਲੋਕਾਂ ਤੋਂ ਇਲਾਵਾ ਦੁਨੀਆ ਭਰ ਵਿੱਚ ਦਿੱਤੀ ਗਈ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਹਿਊਮਨ ਰਾਈਟਸ ਕਾਉਂਸਲ ਵੱਲੋਂ ਟਾਈਮਜ਼ ਸਕੁਏਅਰ ਵਿਖੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਸਮੇਤ ਸਮੂਹਬੰਦੀ ਸਿੰਘਾਂ ਦੇ ਹੱਕ ਵਿੱਚ ਵੱਡੇ ਪੋਸਟਰ ਫੋਟੋਜ਼ ਲਗਾ ਕੇ ਜਿਨ੍ਹਾਂ ਦੇ ਵਿੱਚ ਹਰ ਇੱਕ ਬੰਦੀ ਸਿੰਘ ਬਾਰੇ ਜਾਣਕਾਰੀ ਸੀ ਪ੍ਰਚਾਰ ਕੀਤਾ ਗਿਆ। ਨਾਲ ਹੀ ਵੈਲਫੇਅਰ ਕਾਉਂਸਲ ਦੇ ਮੈਂਬਰਾਂ ਵੱਲੋਂ ਇੰਗਲਿਸ਼ ਵਿੱਚ ਪੈਂਫਲੇਟ ਵੰਡੇ ਗਏ ਜਿਨ੍ਹਾਂ ਵਿੱਚ ਸਿੱਖ ਸਿਆਸੀ ਕੈਦੀਆਂ ਦੀ ਸਾਰੀ ਜਾਣਕਾਰੀ ਦੇ ਨਾਲ ਭਾਰਤ ਸਰਕਾਰ ਵੱਲੋਂ ਗ੍ਰਿਫਤਾਰ ਕਰਨ ਦੀ ਤਾਰੀਖ, ਕਿਹੜੀਆਂ ਧਾਰਾਵਾਂ ਲਗਾਈਆਂ, ਕਿੰਨੇ ਸਾਲ ਦੀ ਜੇਲ੍ਹ ਹੁਣ ਤੱਕ ਕੱਟ ਚੁੱਕੇ ਨੇ ਤੇ ਹਾਲੇ ਵੀ ਭਾਰਤੀ ਕਾਨੂੰਨ ਦੇ ਅਧੀਨ ਸਜ਼ਾ ਪੂਰੀ ਕਰਨ ਦੇ ਬਾਵਜੂਦ 26-27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ। ਬੁਲਾਰਿਆਂ ਨੇ ਕਿਹਾ ਕਿ ਇਹ ਦੋਹਰਾ ਮਾਪਦੰਡ ਭਾਰਤੀ ਸਰਕਾਰਾਂ ਵੱਲੋਂ ਸਿੱਖਾਂ ਦੇ ਨਾਲ ਅਤੇ ਹੋਰ ਘੱਟ ਗਿਣਤੀਆਂ ਦੇ ਨਾਲ ਵੀ ਅਪਣਾਇਆ ਜਾਂਦਾ ਹੈ ਪਰ ਖਾਸ ਕਰਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ। ਇੱਥੇ ਅੰਗਰੇਜ਼ੀ ਦੇ ਵਿੱਚ ਇਹ ਸਾਰੀ ਜਾਣਕਾਰੀ ਦੇ ਨਾਲ ਲਿਟਰੇਚਰ ਵੀ ਵੰਡਿਆ ਗਿਆ। ਜਲੰਧਰ ਦੇ ਬਸਤੀ ਗੁਜਾਂ ਦੇ ਵਿਅਕਤੀ ਨੂੰ ਅਮਰੀਕਾ ਭੇਜਣ ਦੇ ਨਾਂ ਤੇ 6 ਲੱਖ ਦੀ ਠੱਗੀ ਕੀਤੀ ਗਈ। ਕਮਿਸ਼ਨਰੇਟ ਪੁਲਿਸ ਦੀ ਐਂਟੀ ਫਰਾਡ ਵਿੰਗ ਦੀ ਟੀਮ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਥਾਣਾ 5 ਦੀ ਪੁਲਿਸ ਨੇ ਬਸਤੀ ਗੁਜਾਂ ਦੇ ਪ੍ਰਿੰਸ ਕੁਮਾਰ ਦੇ ਬਿਆਨ ਤੇ ਅਮਰਜੀਤ ਸਿੰਘ ਅਤੇ ਉਸ ਦੀ ਪਤਨੀ ਸੁਮਨ ਵਾਸੀ ਪਿੰਡ ਸ਼ੋਰ ਪੱਤੜ ਕਲਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ। ਪ੍ਰਿੰਸ ਕੁਮਾਰ ਨੇ ਕਿਹਾ ਕਿ 15 ਨਵੰਬਰ 2021 ਨੂੰ ਮੁਲਜ਼ਮਾਂ ਨਾਲ ਅਮਰੀਕਾ ਜਾਣ ਲਈ ਸੰਪਰਕ ਕੀਤਾ ਗਿਆ। ਕਰੀਬ 6 ਲੱਖ ਰੁਪਏ ਦਿੱਤੇ ਗਏ। ਇਸ ਤੋਂ ਬਾਅਦ ਨਾ ਤਾਂ ਉਹਨਾਂ ਦੇ ਬੇਟੇ ਸਾਹਿਲ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਮਾਮਲੇ ਦੀ ਜਾਂਚ ACP ਮੁਹੰਮਦ ਸਰਫਰਾਜ਼ ਆਲਮ ਦੁਆਰਾ ਕੀਤੀ ਗਈ। ਮੁਲਜ਼ਮਾਂ ਨੂੰ ਜਲਦ ਪੁਲਿਸ ਕੋਰਟ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਰੇਗੀ। ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹਾਲਾਤ ਪਹਿਲਾਂ ਹੀ ਖਰਾਬ ਨੇ। ਇਸ ਦੇ ਨਾਲ ਹੀ ਪਾਕਿਸਤਾਨ ਦੀ ਸਭ ਤੋਂ ਵੱਡੀ ਝੀਲ ਮੰਚਰ ਵੀ
ਓਵਰਫਲੋ ਹੋ ਗਈ ਹੈ, ਜਿਸ ਕਾਰਨ ਸਿੰਧ ਦੇ ਪਿੰਡ ਵਾਸੀ ਵੀ ਹੜ੍ਹਾਂ ਕਾਰਨ ਫਸੇ ਹੋਏ ਨੇ। ਭਾਰੀ ਮੌਨਸੂਨ ਅਤੇ ਗਲੇਸ਼ੀਅਰਾਂ ਦੇ ਪਿਘਲਣ ਦੇ ਸੰਯੁਕਤ ਪ੍ਰਭਾਵਾਂ ਕਾਰਨ ਮੰਚਰ ਝੀਲ ਸੈਂਕੜੇ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ ਹੈ। ਮੰਗਲਵਾਰ ਨੂੰ ਘੱਟੋ-ਘੱਟ ਤੀਜੀ ਵਾਰਿਸ ਦਾ ਪਾਣੀ ਇਸ ਦੇ ਕਿਨਾਰੇ ਤੋੜ ਕੇ ਕਈ ਇਲਾਕਿਆਂ ਵਿੱਚ ਫੈਲ ਗਿਆ, ਜਿਸ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਕਈ ਫੁੱਟ ਪਾਣੀ ਭਰ ਗਿਆ। यूरोपीयन स्पेस एजेंसी ਦੀਆਂ ਸੈਂਟੀਨੇਲ ਲੈਂਪਸ ਦੀਆਂ ਨਵੀਆਂ ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਨੇ ਕਿ ਪਿਛਲੇ 2 ਮਹੀਨਿਆਂ ਵਿੱਚ ਰਿਕਾਰਡ ਪੱਧਰ ਦੀ ਬਾਰਿਸ਼ ਤੋਂ ਬਾਅਦ ਸੈਂਕੜੇ ਵਰਗ ਕਿਲੋਮੀਟਰ ਨੂੰ ਕਵਰ ਕਰਨ ਵਾਲੇ ਖੇਤਰ 'ਚ CNN ਨੇ ਰਿਪੋਰਟ ਦਿੱਤੀ ਹੈ ਕਿ ਝੀਲ ਕਿਵੇਂ ਵਧੀ ਹੈ। ਝੀਲ ਵਿਚਲੇ ਟਾਪੂ ਅਤੇ ਪ੍ਰਾਇ ਦੇ ਪਿਕਵਾਰ ਅਲੋਪ ਹੋ ਗਏ ਨੇ। ਸੈਟੇਲਾਈਟ ਤਸਵੀਰਾਂ ਇਹ ਵੀ ਦਰਸਾਉਂਦੀਆਂ ਨੇ ਕਿ ਦਰਾਰਾਂ ਦੇ ਬਾਵਜੂਦ ਝੀਲ ਵਿੱਚ ਪਾਣੀ ਦਾ ਪੱਧਰ ਚਿੰਤਾਜਨਕ ਤੌਰ ਤੇ ਉੱਚ ਪੱਧਰ ਤੇ ਬਣਿਆ ਹੋਇਆ ਹੈ, ਜਿਸ ਨਾਲ ਨੇੜਲੇ ਪਿੰਡ ਵਾਸੀਆਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। CNN ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨੀ ਅਧਿਕਾਰੀ ਸਿੰਧ ਵਿੱਚ ਝੀਲ 'ਚ ਪਾਣੀ ਦਾ ਪੱਧਰ ਘਟਾਉਣ ਲਈ ਲਗਾਤਾਰ ਕੰਮ ਕਰ ਰਹੇ ਨੇ। ਦੇਸ਼ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ, ਜਿੱਥੇ ਲਗਭਗ 48 ਮਿਲੀਅਨ ਲੋਕਾਂ ਦੇ ਘਰ ਨੇ, ਪਾਣੀ ਦੇ ਲਗਾਤਾਰ ਵੱਧਦੇ ਪੱਧਰ ਕਾਰਨ ਨੇੜਲੇ ਸ਼ਹਿਰ ਡੁੱਬ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਦੀਆਂ 15 ਅਕਤੂਬਰ ਨੂੰ ਨਗਰ ਪਾਲਿਕਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਇਨ੍ਹਾਂ ਵਿੱਚ ਅੰਗਰੇਜ਼ੀ ਕਿਤਾਬਾਂ ਦੇ ਉੱਘੇ ਪੰਜਾਬੀ ਲੇਖਕ ਤੇ ਕਵੀ ਅਤੇ ਫਿਲਮਕਾਰ ਅਦਾਕਾਰ ਮਨਮੋਹਨ ਸਿੰਘ ਮਾਈਕ ਭੰਗੂ ਮੇਅਰ ਦੀ ਚੋਣ ਲੜ ਰਹੇ ਨੇ। ਉਹਨਾਂ ਨੇ ਮੇਰਠ ਸ਼ਹਿਰ ਤੋਂ ਮੇਅਰ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ। ਬਰਨਾਲਾ ਨੇੜਲੇ ਪਿੰਡ ਸੰਘੇੜਾ ਨਾਲ ਸੰਬੰਧਿਤ ਮਨਮੋਹਨ ਸਿੰਘ ਨੇ ਸਾਹਿਤ ਤੇ ਕਲਾ ਦੇ ਖੇਤਰ ਵਿੱਚ ਚੰਗਾ ਨਾਮ ਖੱਟਿਆ। ਉਹ 2018 ਤੋਂ 2021 ਤੱਕ ਮੇਰਠ ਦੇ ਕੌਂਸਲਰ ਵੀ ਰਹਿ ਚੁੱਕੇ ਨੇ। ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ VOTING ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਪਰ ਇਸ ਦੇ ਮੈਂਬਰਾਂ ਨੂੰ ਨਵੇਂ ਲੀਡਰ ਲਈ 10 ਸਤੰਬਰ ਯਾਨੀ ਕਿ ਸ਼ਨੀਚਰਵਾਰ ਤੱਕ ਉਡੀਕ ਕਰਨੀ ਪਏਗੀ, ਕਿਉਂਕਿ ਉਸ ਦਿਨ ਜੇਤੂ ਦੇ ਨਾਮ ਦਾ ਐਲਾਨ ਕੀਤਾ ਜਾਏਗਾ। ਉਸੇ ਦਿਨ ਪਤਾ ਲੱਗੇਗਾ ਕਿ ਮੌਜੂਦਾ 5 ਉਮੀਦਵਾਰਾਂ ਵਿੱਚੋਂ ਕਿਹੜੇ ਉਮੀਦਵਾਰ ਦੇ ਹੱਥ ਵਿੱਚ ਪਾਰਟੀ ਦੀ ਬਾਗਡੋਰ ਸੰਭਾਲਣ ਜਾ ਰਹੀ ਹੈ। ਦੱਸ ਦਈਏ ਕਿ ਡਾਊਨਟਾਊਨ ਓਟਾਵਾ ਦੇ ਕਨਵੈਨਸ਼ਨ ਸੈਂਟਰ ਵਿਖੇ ਸ਼ਨੀਚਰਵਾਰ ਨੂੰ ਪਾਰਟੀ ਦੇ ਨਵੇਂ ਨੇਤਾ ਦੇ ਨਾਮ ਦਾ ਐਲਾਨ ਕੀਤਾ ਜਾਏਗਾ। ਉਸੇ ਦਿਨ ਪਤਾ ਲੱਗੇਗਾ ਕਿ ਪੀਅਰ ਪਾਇਲੈਵਰ, ਜੀਨ ਚਾਰੈਸਟ, ਲੈਲਸਨ ਲੂਇਸ, ਸਕਾਟ ਐਸ਼ਿਸਨ ਅਤੇ ਰੋਮਨ ਵੇਬਰ ਵਿੱਚੋਂ ਕਿਹੜਾ ਉਮੀਦਵਾਰ ਪਾਰਟੀ ਦੀ ਬਾਗਡੋਰ ਸੰਭਾਲੇਗਾ। ਕੈਨੇਡਾ ਦੇ ਸਸਕੈਚਵਨ ਵਿੱਚ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ 10 ਲੋਕਾਂ ਦਾ ਕਤਲ ਕਰਨ ਦੇ ਮਾਮਲੇ ਵਿੱਚ ਆਖਰੀ ਸ਼ੱਕੀ ਮਾਈਲਜ਼ ਸੈਂਡਰਸ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਬੁੱਧਵਾਰ ਨੂੰ ਉਸ ਦੀ ਕਾਰ ਨੂੰ ਇੱਕ ਸੜਕ ਤੇ ਘੇਰ ਲਿਆ ਸੀ, ਪਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਇਹ ਸੱਟਾਂ ਕਦੋਂ ਲੱਗੀਆਂ ਜਾਂ ਕਦੋਂ ਉਸ ਦੀ ਮੌਤ ਹੋਈ। ਪੁਲਿਸ 3 ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ ਮਾਈਲਜ਼ ਸੈਂਡਰਸ ਸਸਕੈਚੁਅਨ ਪ੍ਰਾਂਤ ਦੇ ਰੌਸਟਨ ਸ਼ਹਿਰ ਦੇ ਨੇੜੇ ਮਿਲਿਆ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਚਾਕੂ ਨਾਲ ਲੈਸ ਇੱਕ ਵਿਅਕਤੀ ਚੋਰੀ ਦੀ ਗੱਡੀ ਚਲਾ ਰਿਹਾ। ਇੱਕ ਅਧਿਕਾਰੀ ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ ਨੇ ਕਿਹਾ ਕਿ ਅਧਿਕਾਰੀਆਂ ਨੇ ਸੜਕ ਤੇ ਸੈਂਡਰਸ ਦੇ ਬਾਹਰ ਨੂੰ ਘੇਰਿਆ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਉਸ ਨੂੰ ਕਦੋਂ ਸੱਟਾਂ ਲੱਗੀਆਂ ਜਾਂ ਉਸ ਦੀ ਮੌਤ ਕਦੋਂ ਹੋਈ। ਘਟਨਾ ਸਥਾਨ ਤੋਂ ਮਿਲੀ ਵੀਡੀਓ ਅਤੇ ਫੋਟੋਸ ਵਿੱਚ ਇੱਕ ਚਿੱਟੇ ਰੰਗ ਦੀ SUV ਸੜਕ ਦੇ ਕਿਨਾਰੇ ਖੜੀ ਦਿਖਾਈ ਦੇ ਰਹੀ ਹੈ ਅਤੇ ਉਸ ਨੂੰ ਚਾਰੇ ਪਾਸਿਓਂ ਪੁਲਿਸ ਦੀਆਂ ਗੱਡੀਆਂ ਨੇ ਘੇਰਿਆ ਹੋਇਆ ਹੈ। ਸੈਂਡਰਸ ਦੀ ਮੌਤ ਤੋਂ 2 ਦਿਨ ਪਹਿਲਾਂ ਉਸ ਦਾ ਭਰਾ 30 ਸਾਲਾ ਡੈਮੀਅਨ ਉਸ ਜਗ੍ਹਾ ਦੇ ਨੇੜੇ ਇੱਕ ਖੇਤ ਵਿੱਚ ਮ੍ਰਿਤਕ ਪਾਇਆ ਗਿਆ, ਜਿੱਥੇ ਸ਼ੂਰੇਬਾਜ਼ੀ ਦੀਆਂ ਘਟਨਾਵਾਂ ਹੋਈਆਂ ਸਨ। ਇਨ੍ਹਾਂ ਘਟਨਾਵਾਂ 'ਚ 18 ਲੋਕ ਜ਼ਖਮੀ ਵੀ ਹੋਏ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਾਈਲਜ਼ ਸੈਂਡਰਸ ਨੇ ਆਪਣੇ ਭਰਾ ਦਾ ਕਤਲ ਕੀਤਾ। ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋਏ ਕੁਝ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਵਿੱਚ ਬ੍ਰਾਇਨ ਵਰਨਸ ਵੀ ਸ਼ਾਮਲ ਨੇ, ਜਿਨ੍ਹਾਂ ਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇਸ ਦੁੱਖ ਤੋਂ ਉੱਭਰਨਾ ਸ਼ੁਰੂ ਕਰ ਸਕਦੇ ਹਾਂ। ਅੱਜ ਤੋਂ ਜ਼ਖਮ ਭਰਨੇ ਸ਼ੁਰੂ ਹੋ ਗਏ ਨੇ। ਚੂਰੇਬਾਜ਼ੀ ਦੀਆਂ ਇਨ੍ਹਾਂ ਘਟਨਾਵਾਂ ਨੇ ਸਵਾਲ ਖੜੇ ਕਰ ਦਿੱਤੇ ਨੇ ਕਿ ਅਪਰਾਧਕ ਪਿਛੋਕੜ ਵਾਲਾ ਮਾਈਲਜ਼ ਕੈਨੇਡਾ ਦੀਆਂ ਸੜਕਾਂ ਤੇ ਕਿਵੇਂ ਖੁੱਲ੍ਹੇਆਮ ਘੁੰਮ ਰਿਹਾ ਸੀ। ਉਸ ਨੂੰ 59 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਦਾ ਹਿੰਸਾ ਦਾ ਲੰਬਾ ਇਤਿਹਾਸ ਰਿਹਾ। ਉਸ ਨੂੰ ਫਰਵਰੀ ਵਿੱਚ ਪੈਰੋਲ ਤੇ ਰਿਹਾ ਕੀਤਾ ਗਿਆ ਸੀ। ਉਸ ਸਮੇਂ ਉਹ ਕੁੱਟਮਾਰ ਅਤੇ ਲੁੱਟ-ਖੋਹ ਦੇ ਦੇਸ਼ ਵਿੱਚ 4 ਸਾਲ ਦੀ ਸਜ਼ਾ ਕੱਟ ਰਿਹਾ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਮਾਸਕੋ ਆਪਣੇ ਮੰਤਵ ਨੂੰ ਹਾਸਲ ਕਰਨ ਤੱਕ ਯੂਕਰੇਨ ਵਿੱਚ ਆਪਣੀ ਫੌਜੀ ਕਾਰਵਾਈ ਜਾਰੀ ਰੱਖੇਗਾ। ਉਨ੍ਹਾਂ ਪਾਬੰਦੀਆਂ ਰਾਹੀਂ ਰੂਸ ਨੂੰ ਖੁੱਡੇ ਲਾਉਣ ਦੀਆਂ ਪੱਛਮੀ ਮੁਲਕਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਮਖੌਲ ਵੀ ਉਡਾ ਦਿੱਤਾ। ਪੁਤਿਨ ਨੇ ਬੰਦਰਗਾਹ ਸ਼ਹਿਰ ਵਲਾਦੀਵੋਸਤੋਕ 'ਚ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ 'ਚ ਕਿਹਾ ਕਿ ਯੂਕਰੇਨ 'ਚ ਫੌਜ ਭੇਜਣਾ ਪਿਛਲੇ 8 ਸਾਲਾਂ ਦੀ ਲੜਾਈ ਤੋਂ ਬਾਅਦ ਉਸ ਮੁਲਕ ਦੇ ਪੂਰਬੀ ਖਿੱਤੇ 'ਚ ਲੋਕਾਂ ਦੀ ਰੱਖਿਆ ਕਰਨਾ
ਮੁੱਖ ਮਕਸਦ ਸੀ। ਪੁਤਿਨ ਨੇ ਕਿਹਾ, ਅਸੀਂ ਫੌਜੀ ਕਾਰਵਾਈ ਸ਼ੁਰੂ ਨਹੀਂ ਕੀਤੀ ਸੀ, ਅਸੀਂ ਤਾਂ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਆਪਣੀ ਇਸ ਦਲੀਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਯੂਕਰੇਨ 'ਚ ਰੂਸ ਸਮਰਥਿਤ ਵੱਖਵਾਦੀ ਖਿੱਤਿਆਂ ਦੀ ਰੱਖਿਆ ਲਈ ਯੂਕਰੇਨ 'ਚ ਫੌਜ ਭੇਜੀ, ਜਿਨ੍ਹਾਂ 2014 'ਚ ਕ੍ਰੀਮੀਆ ਦੇ ਰੂਸ ਦੇ ਕਬਜ਼ੇ ਤੋਂ ਬਾਅਦ ਭੜਕੇ ਸੰਘਰਸ਼ 'ਚ ਯੂਕਰੇਨੀ ਫੌਜ ਨਾਲ ਲੜਾਈ ਲੜੀ ਹੈ। ਪੁਤਿਨ ਨੇ ਕਿਹਾ ਕਿ ਰੂਸ ਨੇ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਦਿਆਂ ਆਪਣੀ ਖੁਦਮੁਖਤਿਆਰੀ ਨੂੰ ਮਜ਼ਬੂਤ ਕੀਤਾ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਸਥਾਨੀ ਤੇ ਦੁਬਈ ਤੋਂ ਪਹੁੰਚੇ ਇੱਕ ਵਿਅਕਤੀ ਨੂੰ ਸੋਨੇ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਕਸਟਮ ਅਧਿਕਾਰੀਆਂ ਮੁਤਾਬਕ ਉਕਤ ਵਿਅਕਤੀ ਦੁਬਈ ਤੋਂ ਇੱਥੇ ਸਪਾਈਸ ਜੈਟ ਦੀ ਫਲਾਈਟ ਰਾਹੀਂ ਪਹੁੰਚਿਆ ਸੀ। AIU ਸਟਾਫ ਵੱਲੋਂ ਤਲਾਸ਼ੀ ਦੌਰਾਨ ਉਸ ਤੇ ਸ਼ੱਕ ਹੋਇਆ। ਸਖਤੀ ਨਾਲ ਪੁੱਛਗਿੱਛ ਤੋਂ ਬਾਅਦ ਉਸਨੇ ਪੇਸਟ ਦੇ ਰੂਪ ਵਿੱਚ 2 ਕੈਪਸੂਲ ਲੁਕੋਏ ਹੋਣ ਦੀ ਗੱਲ ਕਬੂਲ ਕੀਤੀ ਹੈ। ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਪਾਸੋਂ 775 ਗ੍ਰਾਮ ਵਜ਼ਨੀ ਕੈਪਸੂਲ ਬਰਾਮਦ ਕੀਤੇ ਨੇ, ਜਿਨ੍ਹਾਂ 'ਚ 60 ਤੋਂ 90 ਗ੍ਰਾਮ ਸ਼ੁੱਧ ਸੋਨਾ ਲੁਕਿਆ ਹੋਇਆ ਸੀ। ਸੋਨੇ ਦੀ ਮਾਰਕੀਟ ਕੀਮਤ 36 ਲੱਖ ਰੁਪਏ ਦੱਸੀ ਜਾ ਰਹੀ ਹੈ। ਕ੍ਰਿਕਟ ਦੇ ਮੈਦਾਨ ਵਿੱਚ ਭਾਰਤ ਨੂੰ ਮੁਸੀਬਤ 'ਚੋਂ ਕੱਢਣ ਲਈ ਕਾਰਨਾਮੇ ਕਰਨ ਵਾਲੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਨੇ ਹਾਲ ਹੀ 'ਚ ओमान च बंधक बनाई गई भारतीय लड़की नूं बचाउण लई वड्डी भूमिका निभाई है। भारतीय क्रिकेट टीम के शानदार स्पिनर और आम आदमी पार्टी के राज सभा मैंबर हरभजन सिंह ने ओमान स्थित भारतीय दूतावास नाल मिल के बठिंडा की रहने वाली 21 साला कमलजीत कौर नूं बचाउण विच अहम भूमिका निभाई। लड़की नूं उसके मालक ने नाजायज़ तौर पर बंधक बना लिया सी। उसका पासपोर्ट और सिम कार्ड भी जब्त कर लिया गया सी। इस घटना बारे पूछे जाण ते हरभजन ने कहा कि ओमान च भारतीय दूतावास और साडे राजदूत अमित नारंग की मदद तो बिना ही संभव नहीं सी। उसका योगदान अनमोल है। उन्होंने कहा कि जिथों तक मेरी मदद का सवाल है, मैनूं राज सभा सीट केवल लोड़वंद लोगों की मदद लई ही मिली है ते साडे देश की एक धी लोड़वंद सी। मैं बस अपना काम किया है। भारतीय दूतावास ने मैनूं दस्सण लई फोन किया कि कमलजीत पंजाब विच अपने घर वापस आ गई है अते सुरक्षित है। बठिंडा के अपने जद्दी पिंड बरकंदी पहुंचे कमलजीत और उसके पिता सिकंदर ने अपनी दर्दनाक कहानी साझी की है ਅਤੇ दस्सिया कि किवें पंजाब विच ट्रैवल ਅਤੇ प्लेसमेंट एजेंट चंगे भविख के वादे नाल गरीबां दा खून चूस रहे ने। कमलजीत नूं ओमान विच एक भारतीय परिवार नाल काम करन दे लई भेजण दा वादा किया गया, पर उसनूं हवाई अड्डे तो सीधा दफ्तर ले जाया गया। उसने दस्सिया, मेरे पिता एक दिहाड़ीदार मजदूर और असीं 3 भैणां भरा, तिन्हां विचों सब तो वड्डा होण करके मैं अपने पिता की मदद करना चाहुंदी सां ਅਤੇ ਸਥਾਨਕ ਏਜੰਟ ਜਗਜੀਤ ਸਿੰਘ ਕੋਲ ਗਏ। ਉਹਨਾਂ ਨੇ ਮੈਨੂੰ ओमान ਵਿੱਚ ਇੱਕ ਹਿੰਦੀ ਭਾਸ਼ਾ ਪਰਿਵਾਰ ਵਿੱਚ ਕੁੱਕ ਵਜੋਂ ਨੌਕਰੀ ਦੇਣ ਦਾ ਵਾਅਦਾ ਕੀਤਾ। ਕਮਲਜੀਤ ਨੇ ਕਿਹਾ, ਮੈਂ ਪਿਛਲੇ ਮਹੀਨੇ ਦੇ ਅੰਤ ਵਿੱਚ ਮਸਕਟ ਲਈ ਰਵਾਨਾ ਸੀ ਹੋਣਾ। ਮੈਨੂੰ ਦੱਸਿਆ ਗਿਆ ਕਿ ਜੇਕਰ ਮੇਰਾ ਕੰਮ ਤਸੱਲੀ ਬਖਸ਼ ਰਿਹਾ ਤਾਂ ਮੈਨੂੰ ਸਿੰਗਾਪੁਰ ਜਾਂ ਆਸਟ੍ਰੇਲੀਆ ਵਿੱਚ ਨੌਕਰੀ ਦਿੱਤੀ ਜਾਏਗੀ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਨੇ। ਉਹਨਾਂ ਨੇ ਕਿਹਾ, ਜਿਵੇਂ ਮੈਂ ਮਸਕਟ 에ਅਰਪੋਰਟ ਤੋਂ ਬਾਹਰ ਨਿਕਲੀ, ਮੈਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੋ ਰਿਹਾ। ਕਮਲਜੀਤ ਨੇ ਆਪਣੀ ਔਖ ਬਾਰੇ ਵਿਸਥਾਰ ਨਾਲ ਦੱਸਿਆ ਤੇ ਦੱਸਿਆ ਕਿ ਉਸਨੂੰ ਬੁਰਕਾ ਪਹਿਨਣ ਅਤੇ ਅਰਬੀ ਭਾਸ਼ਾ ਸਿੱਖਣ ਲਈ ਮਜਬੂਰ ਕੀਤਾ ਗਿਆ। ਉਸਨੇ ਦੱਸਿਆ ਕਿ ਜਿੱਥੇ ਉਸਨੂੰ ਕੰਮ ਤੇ ਲਿਜਾਇਆ ਗਿਆ ਉੱਥੇ ਕਿਸੇ ਭਾਰਤੀ ਪਰਿਵਾਰ ਦਾ ਘਰ ਨਹੀਂ ਸੀ, ਸਗੋਂ ਦਫ਼ਤਰ ਸੀ। हालांकि उसने हिम्मत दिखाई और अपने परिवार नाल गल करन लई एक नवा सिम कार्ड खरीदिया। उसने अपने पिता नूं सारी गल दसी। जदों उसके पिता सिकंदर ने स्थानक एजेंट जगजीत सिंह कोल पहुंच की तां उसने उन्हां नूं धमकाया ते बेटी का पासपोर्ट देण लई 2.5 लाख रुपए की मंग की। सिकंदर ने कहा, मेरी बेटी नूं कुट रहे सन, मेरा मन डर गया सी। घर गिरवी रख के एजेंट नूं पैसे दिते गए सी। इस तो बाद उन्होंने स्थानक आप नेता नाल संपर्क किया, जिस तो बाद आखिरकार उन्होंने बेटी सही सलामत वापस आ गई। बरतानिया की नवी चुने गए प्रधानमंत्री लिज ट्रस ने अपनी कैबिनेट में फिलहाल 2 भारतवंशियों को थां दी है। उन्होंने सोएला ब्रैडमैन नूं गृह मंत्री बनाया, जबकि आलोक कैबिनेट दे विच रहिंदे हुए संयुक्त राष्ट्र पौण पाणी बदलाव सम्मेलन COP26 के मुखी के तौर पर पौण पाणी बदलाव के खेतर च काम करना जारी रखणगे। नवी कैबिनेट विच साबका वित्त मंत्री ट्रस के मुकाबले चोण रहे ऋषि सुनक के समर्थकों को थां नहीं दी गई। गोवा नाल संबंध रखण वाली सोएला भारतवंशी प्रीति पटेल का स्थान हासिल कर चुके ने, जो बोरिस जॉनसन सरकार दे विच गृह मंत्री सन। इस तो पहला वो अटॉर्नी जनरल सन। उन्होंने मंगलवार को शाम नियुक्ति तो फौरी बाद गृह मंत्रालय का कामकाज संभाल लिया ते ट्वीट करके अपनी नियुक्ति ते खुशी प्रगटाई। उन्हों की मां उमा तामिल मूल की हिंदू ते पिता क्रिस्टी फर्नांडिस गोवा मूल के ईसाई ने। पंजाब के मुख्य मंत्री भगवंत मान की अगवाई में कैबिनेट की अगली मीटिंग 9 सितंबर को बुलाई गई है। मंत्री परिषद की अगली बैठक शाम 4 बजे कमेटी कमरा 2जी मंजिल पंजाब सिविल सकत्रेत एक
ਚੰਡੀਗੜ੍ਹ ਵਿਖੇ ਹੋਏਗੀ। ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਏਗਾ। ਮੁੱਖ ਮੰਤਰੀ ਮਾਨ ਵੱਲੋਂ ਬੁਲਾਈ ਗਈ ਕੈਬਨਿਟ ਦੀ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਜਾਣ ਦੀ ਉਮੀਦ ਹੈ। ਪਿਛਲੀ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਵੀ ਅਧਿਆਪਕਾਂ ਨੂੰ ਕਈ ਵੱਡੇ ਤੋਹਫੇ ਦਿੱਤੇ ਗਏ ਤੇ SYL ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ ਤੇ ਕਿਆਸ ਲਗਾਏ ਜਾ ਰਹੇ ਨੇ ਕਿ 9 ਸਤੰਬਰ ਨੂੰ ਹੋਣ ਵਾਲੀ ਬੈਠਕ ਵਿੱਚ ਵੀ ਪੰਜਾਬ ਨਾਲ ਸੰਬੰਧਿਤ ਕਈ ਗੰਭੀਰ ਮੁੱਦੇ ਚੁੱਕੇ ਜਾ ਸਕਦੇ ਨੇ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਨੀਵਰਸਿਟੀ ਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।